हेलो स्टूडेंट्स ਹੁਣ ਅਸੀਂ ਕਰਾਂਗੇ ਨਾਈਟ੍ਰੋਜਨ ਫਿਕਸੇਸ਼ਨ। ਨਾਈਟ੍ਰੋਜਨ ਜਿਹੜੀ ਹੈ ਸਾਡੇ ਐਟਮੋਸਫੇਅਰ ਦੇ ਵਿੱਚ ਪ੍ਰੈਜ਼ੈਂਟ ਆ 78%। ਹੁਣ ਉਹਦੀ ਫਿਕਸੇਸ਼ਨ ਇਹਦੇ ਤੋਂ ਕੀ ਭਾਵ ਹੈ, ਹੁਣ ਅਸੀਂ ਅੱਜ ਉਹ ਕਰਨਾ। ਠੀਕ ਹੈ, ਅਸੀਂ ਪੜ੍ਹਿਆ ਵਾ 6th 7th ਕਲਾਸ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਦੇ ਬਾਰੇ, है ना। ਰਾਈਜ਼ੋਬੀਅਮ ਬੈਕਟੀਰੀਆ ਦੇ ਬਾਰੇ ਹੀ ਪੜ੍ਹਿਆ। ਤੇ ਰਾਈਜ਼ੋਬੀਅਮ ਬੈਕਟੀਰੀਆ ਜੇਕਰ ਤੁਸੀਂ ਅੱਗੇ ਕਰਨਾ ਹੈ ਮੈਡੀਕਲ ਤੇ ਉਹਦੇ ਵਿੱਚ ਵੀ ਬੜਾ ਇੰਪੋਰਟੈਂਟ ਹੈ। ਠੀਕ ਹੈ, ਇਹਨੂੰ ਯਾਦ ਰੱਖਣਾ ਹੈ ਬੈਕਟੀਰੀਆ ਦਾ ਨਾਮ। ਕਹਿੰਦੇ ਇਟ ਇਜ਼ ਇਨਵੋਲਵਡ ਇਨ ਦ ਫਿਕਸੇਸ਼ਨ ਆਫ ਨਾਈਟ੍ਰੋਜਨ ਇਨ ਲੈਗਿਊਮੀਨਸ ਪਲਾਂਟਸ। ਲੈਗਿਊਮੀਨਸ ਪਲਾਂਟਸ ਕਿਹੜੇ ਹੁੰਦੇ ਆ? ਲੈਗਿਊਮੀਨਸ ਪਲਾਂਟਸ ਉਹ ਹੁੰਦੇ ਆ ਜਿਨ੍ਹਾਂ ਨੂੰ ਵਧਣ ਫੁੱਲਣ ਦੇ ਲਈ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ, ਜਿਵੇਂ ਦਾਲਾਂ, ਬੀਨਸ, ਹੋਰ ਪੀਸ, ਹੈ ਨਾ, ਮਟਰ, ਪੀਸ, ਰਾਜਮਾ ਦਾਲਾਂ, ਹੈ ਨਾ। ਇਹ ਕੀ ਹੁੰਦੀਆਂ ਲੈਗਿਊਮੀਨਸ ਪਲਾਂਟਸ। ਇਹਨਾਂ ਦੀ ਕੀ ਹੁੰਦੀਆਂ, ਇਹਨਾਂ ਦੀ ਰੂਟ ਦੀ ਨੋਡਿਊਲਸ ਹੁੰਦੀਆਂ, ਸਵੈਲ ਹੋਈਆਂ ਹੁੰਦੀਆਂ। ਨੋਡਿਊਲਸ ਇੱਕ ਰੂਟਸ ਦੇ ਵਿੱਚ ਨਾ ਸਵੋਲਨ ਜਿਹਾ ਪਾਰਟ ਹੁੰਦਾ ਵਾ। ਕਹਿੰਦੇ ਅਸੀਂ ਕੀ ਪੜ੍ਹਿਆ ਸੀ, ਜਿਹੜਾ ਰਾਈਜ਼ੋਬੀਅਮ ਬੈਕਟੀਰੀਆ ਵਾ ਉਹ ਰਹਿੰਦਾ ਕਿੱਥੇ ਆ? ਰੂਟ ਦੇ ਨੋਡਿਊਲਸ ਦੇ ਵਿੱਚ। ਹੁਣੇ ਮੈਂ ਤੁਹਾਨੂੰ ਦਿਖਾਉਂਦੀ ਹਾਂ, ਰੁਕੋ। ਮੰਨ ਲਓ ਆਹ ਕੀ ਹੈ, ਆਦੀ ਰੂਟ ਹੈ। ਠੀਕ ਹੈ, ਆਹ ਦੇਖੋ, ਆਹ ਸਵੋਲਨ ਜਿਹਾ ਪਾਰਟ ਹੈ ਨਾ ਇੱਥੇ, ਆਹ ਵਾਲਾ ਅੱਜ ਇੱਥੇ ਮੋਟਾ ਜਿਹਾ ਕੀਤਾ ਹੋਇਆ, ਇਹ ਕੀ ਹੈਗਾ? ਤੇ ਨੋਡਿਊਲਸ। ਇੱਥੇ ਇਹਨਾਂ ਦੇ ਵਿੱਚ ਕੀ ਰਹਿ ਰਿਹਾ ਹੈ? ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ। ਠੀਕ ਆ, ਇਹਨਾਂ ਦੇ ਵਿੱਚ ਰਹਿੰਦਾ। ਹੁਣ ਆਪਣੇ ਐਟਮੋਸਫੇਅਰ ਦੇ ਵਿੱਚ ਕੀ ਪ੍ਰੈਜ਼ੈਂਟ ਹੈ? ਨਾਈਟ੍ਰੋਜਨ ਪ੍ਰੈਜ਼ੈਂਟ ਹੈ। ਇਹ ਰਾਈਜ਼ੋਬੀਅਮ ਬੈਕਟੀਰੀਆ ਕੀ ਕਰਦਾ ਵਾ? ਉਹ ਨਾਈਟ੍ਰੋਜਨ ਨੂੰ ਇਹ ਕਨਵਰਟ ਕਰ ਦਿੰਦਾ ਵਾ, ਮਤਲਬ ਗੈਸਿਸ ਫੋਰਮ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਐਟਮੋਸਫੇਅਰ ਦੇ ਵਿੱਚ, ਇਹ ਉਹਨੂੰ ਲੈ ਆਉਂਦਾ ਵਾ ਸੋਇਲ ਦੇ ਵਿੱਚ। ਤੇ ਸੋਇਲ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਯੂਜ਼ ਕਰ ਲਈ ਜਾਂਦੀ ਹੈ ਪਲਾਂਟ ਦੇ ਦੁਆਰਾ ਆਪਣੇ ਵਧਣ ਫੁੱਲਣ ਦੇ ਲਈ। ਠੀਕ ਹੈ, ਐਜ਼ ਅ ਨਿਊਟ੍ਰੀਸ਼ਨ। ਹੁਣ ਕੀ ਕਰਦਾ ਵਾ, ਕਹਿੰਦੇ ਕਿ ਇਹ ਜਿਹੜਾ ਪੌਦਾ ਹੈ ਇਹ ਉਹਨਾਂ ਦੇ ਵਿੱਚ ਰਹਿੰਦਾ ਹੈ ਨਾ। ਇੱਥੇ ਅਸੀਂ ਪੜ੍ਹਿਆ ਇਹ ਰੂਟ ਦੀ ਨੋਡਿਊਲਸ ਦੇ ਵਿੱਚ। ਹੁਣ ਇਹ ਤੇ ਮਤਲਬ ਦੋਨੇ ਅਲੱਗ ਸਪੀਸ਼ੀ, ਉਹ ਬੈਕਟੀਰੀਆ, ਇਹ ਪਲਾਂਟ, ਇਹ ਦੋਨੇ ਅਲੱਗ ਸਪੀਸ਼ੀ ਦੇ ਆ, ਰਹਿਣ ਇਕੱਠੇ ਦੇ ਆ। ਫਾਇਦਾ ਦੋਨਾਂ ਨੂੰ ਹੁੰਦਿਆ, ਇੱਕ ਨੂੰ ਘਰ ਮਿਲ ਗਿਆ, ਰੋਟੀ ਮਿਲ ਗਈ, ਦੂਜੇ ਨੂੰ ਨਾਈਟ੍ਰੋਜਨ ਮਿਲਦੀ ਪਈ ਆ। ਫਾਇਦਾ ਦੋਨਾਂ ਦਾ ਹੁੰਦਾ ਪਿਆ। ਤੇ ਇਹ ਕਿਹੜਾ ਰਿਲੇਸ਼ਨਸ਼ਿਪ ਹੈਗਾ ਇਹਨਾਂ ਦਾ? ਸਿੰਬਾਇਓਟਿਕ ਰਿਲੇਸ਼ਨਸ਼ਿਪ। ਠੀਕ ਹੈ, ਦੋਨਾਂ ਦਾ ਫਾਇਦਾ ਹੁੰਦਾ, ਦੋਨੇ ਅਲੱਗ ਸਪੀਸ਼ੀ ਦੇ ਹੈਗੇ ਆ। ਇਹ ਬੜਾ ਲੰਬਾ ਇਹਨਾਂ ਦਾ ਰਿਲੇਸ਼ਨਸ਼ਿਪ ਹੈ, ਕਿਉਂਕਿ ਜਦੋਂ ਤੱਕ ਪੌਦੇ ਨੇ ਜੀਣਾ ਉਹਨੂੰ ਨਾਈਟ੍ਰੋਜਨ ਚਾਹੀਦੀ ਹੈ, ਅਤੇ ਜਦੋਂ ਤੱਕ ਬੈਕਟੀਰੀਆ ਨੇ ਜੀਣਾ ਉਹਨੂੰ ਵੀ ਖਾਣਾ, ਰੋਟੀ, ਅਤੇ ਆ ਜਿਹੜਾ ਉਹਨੂੰ ਘਰ ਮਿਲਿਆ ਉਹਨੂੰ ਚਾਹੀਦਾ। ਇਸ ਕਰਕੇ ਇਹ ਦੋਨੇ ਇਸ ਦੇ ਵਿੱਚ ਫਾਇਦੇ ਦੇ ਵਿੱਚ ਹੈਗੇ ਆ, ਅਤੇ ਇੱਕ ਦੂਜੇ ਦਾ ਇਹ ਕੀ ਕਰਦੇ ਪਏ ਆ? ਕੰਮ ਕਰਦੇ ਪਏ ਆ। ਠੀਕ ਹੈ, ਹੁਣ ਅਸੀਂ ਅੱਗੋਂ ਪੜ੍ਹਦੇ ਹਾਂ। ਕਹਿੰਦੇ ਸਮਟਾਈਮਸ ਨਾਈਟ੍ਰੋਜਨ ਗੈਟਸ ਫਿਕਸਡ ਥਰੂ ਦਾ ਐਕਸ਼ਨ ਆਫ ਲਾਈਟਨਿੰਗ। ਜਿਹੜੀ ਅਸਮਾਨੀ ਬਿਜਲੀ ਪੈਂਦੀ ਹੈ ਉੱਤੋਂ, ਕਹਿੰਦੇ ਜ਼ਮੀਨ 'ਤੇ ਪੈਂਦੀ ਨਾ, ਕਦੀ ਉਸ ਟਾਈਮ ਉਸ ਦੇ ਨਾਲ ਵੀ ਨਾਈਟ੍ਰੋਜਨ ਜਿਹੜੀ ਆ ਉਹ ਨਾਈਟ੍ਰੋਜਨ ਗੈਟਸ ਫਿਕਸਡ। ਠੀਕ ਹੈ, ਬਟ ਯੂ ਨੋ ਦੈਟ ਦਾ ਅਮਾਊਂਟ ਆਫ ਨਾਈਟ੍ਰੋਜਨ ਦੀ ਐਟਮੋਸਫੇਅਰ ਰਿਮੇਨਸ ਕੌਨਸਟੈਂਟ। ਹੁਣ ਮੰਨ ਲਓ ਕਿ 78% ਜਿਹੜੀ ਨਾਈਟ੍ਰੋਜਨ ਉਹ ਪੂਰੇ ਦੇ ਪੂਰੇ ਐਟਮੋਸਫੇਅਰ ਦੇ ਵਿੱਚ ਆ। ਇਹ ਨਹੀਂ ਕਿ ਇੰਡੀਆ 'ਚ ਕਿਤੇ ਕਿੰਨੀ ਆ, ਅਮਰੀਕਾ 'ਚ ਕਿੰਨੀ ਆ, ਆਪਣੇ ਆਲੇ ਪਿੰਡ 'ਚ ਕਿੰਨੀ ਆ, ਉਹਲੇ ਪਿੰਡ ਦੇ ਵਿੱਚ ਕਿੰਨੀ ਆ। ਇਸ ਤਰ੍ਹਾਂ ਨਹੀਂ ਹੁੰਦਾ। 78% ਆ, ਮੀਨਸ 78% ਹੀ ਰਹੇਗੀ ਐਟਮੋਸਫੇਅਰ ਦੇ ਵਿੱਚ। ਯੂ ਮੇ ਵੰਡਰ ਹਾਊ, ਇਹ ਕਿੱਦਾਂ? ਉਹਨੂੰ ਤਾਂ ਯੂਜ਼ ਕਰ ਲਿਆ, ਹੈ ਨਾ, ਫਿਰ ਉਹ ਘਟੀ ਵਧੀ ਕਿਉਂ ਨਹੀਂ? ਅੱਜ ਅਸੀਂ ਇਹੀ ਪੜ੍ਹਨਾ ਨਾਈਟ੍ਰੋਜਨ ਸਾਈਕਲ ਬਾਰੇ। ਨਾਈਟ੍ਰੋਜਨ ਸਾਈਕਲ ਦੇ ਵਿੱਚ ਇਹ ਸਾਰੀ ਚੀਜ਼ਾਂ ਕੀ ਹੋ ਜਾਣਗੀਆਂ? ਕਲੀਅਰ ਹੋ ਜਾਣਗੀਆਂ। ਆਪਣੇ ਐਟਮੋਸਫੇਅਰ ਦੇ ਵਿੱਚ ਕਿੰਨੇ % ਨਾਈਟ੍ਰੋਜਨ ਗੈਸ ਦੀ ਫੋਰਮ ਦੇ ਵਿੱਚ ਪ੍ਰੈਜ਼ੈਂਟ ਆ? 78% ਦੇ ਵਿੱਚ। ਠੀਕ ਹੈ, ਨਾਈਟ੍ਰੋਜਨ ਇੱਕ ਬਹੁਤ ਹੀ ਅਸੈਂਸ਼ੀਅਲ ਜਿਹੜਾ ਹੈਗਾ ਵਾ ਕੌਨਸਟੀਟਿਊਐਂਟ ਹੈਗਾ ਵਾ ਲਿਵਿੰਗ ਔਰਗੈਨਿਜ਼ਮਸ ਦੇ ਵਿੱਚ। ਕਿਉਂਕਿ ਅਮਾਈਨੋ ਐਸਿਡਸ ਦੇ ਵਿੱਚ ਵੀ ਅਮਾਈਨੋ ਐਸਿਡਸ ਤੋਂ ਮਿਲ ਕੇ ਕੀ ਬਣ ਜਾਂਦੇ ਆ? ਪ੍ਰੋਟੀਨਸ, ਹੈ ਨਾ। ਪ੍ਰੋਟੀਨਸ ਦੇ ਮਤਲਬ ਅਮਾਈਨੋ ਐਸਿਡਸ ਦੇ ਬਣੇ ਹੁੰਦੇ ਆ, ਉਹਨਾਂ ਵਿੱਚ ਨਾਈਟ੍ਰੋਜਨ ਪ੍ਰੈਜ਼ੈਂਟ ਹੁੰਦੀ ਹੈ। ਕਲੋਰੋਫਿਲ ਜਿਹਦੇ ਨਾਲ ਗ੍ਰੀਨ ਕਲਰ ਜਿਹੜਾ ਮਿਲਦਾ, ਉਹਨਾਂ ਦੇ ਵਿੱਚ ਵੀ ਨਾਈਟ੍ਰੋਜਨ ਜਿਹੜਾ ਪ੍ਰੈਜ਼ੈਂਟ ਹੁੰਦੀ ਹੈ। ਨਿਊਕਲਿਕ ਐਸਿਡਸ, RNA DNA, ਹੈ ਨਾ, ਉਹਨਾਂ ਦੇ ਵਿੱਚ ਵੀ ਕੀ ਪ੍ਰੈਜ਼ੈਂਟ ਹੁੰਦੀ ਹੈ? ਨਾਈਟ੍ਰੋਜਨ। ਵਾਈਟਾਮਿਨਸ, ਉਹਨਾਂ ਵਿੱਚ ਵੀ ਨਾਈਟ੍ਰੋਜਨ ਜਿਹੜੀ ਹੈ ਉਹਨੇ ਬੌਂਡ ਜਿਹੜਾ ਵਾ ਬਣਾਇਆ ਹੁੰਦਾ ਹੈ। ਦਾ ਐਟਮੋਸਫੇਰਿਕ ਨਾਈਟ੍ਰੋਜਨ ਕੈਨ ਨਾਟ ਬੀ ਟੇਕਨ ਡਾਇਰੈਕਟਲੀ, ਨਹੀਂ ਲੈ ਸਕਦੇ ਡਾਇਰੈਕਟਲੀ, ਗੈਸਿਅਸ ਫੋਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਅਤੇ ਇਹਨਾਂ ਦੀਆਂ ਜੜ੍ਹਾਂ ਕੋਈ ਐਪੇਬਿਲਿਟੀ ਹੁੰਦੀ ਹੈ ਕਿ ਉਹਨਾਂ ਨੇ ਲੈਣੀ, ਪੱਤੇ ਨਹੀਂ ਲੈ ਸਕਦੇ। ਠੀਕ ਹੈ, certain bacteria and blue green algae present in the soil। blue green algae ਅਸੀਂ ਪਹਿਲਾਂ ਵੀ ਪੜ੍ਹਿਆ ਹੈ। blue green algae ਨੂੰ ਸਾਈਨੋਬੈਕਟੀਰੀਆ ਵੀ ਕਹਿੰਦੇ ਹੈ, ਜਿਹੜਾ ਕਿ ਆਪਣੀ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਠੀਕ ਹੈ, ਸਰਟਨ ਬੈਕਟੀਰੀਆ, ਇੱਕ ਤਾਂ ਰਾਈਜ਼ੋਬੀਅਮ ਆ ਗਿਆ, ਇਹਨਾਂ ਨੇ ਗੱਲ ਕਰਤੀ। ਦੂਜਾ ਕਿਹੜਾ ਆ ਗਿਆ? ਬਲੂ ਗ੍ਰੀਨ ਐਲਗੀ, ਜਿਹਨੂੰ ਅਸੀਂ ਸਾਈਨੋਬੈਕਟੀਰੀਆ ਵੀ ਕਹਿੰਦੇ ਆ। ਕਹਿੰਦੇ ਪ੍ਰੈਜ਼ੈਂਟ ਹੁੰਦਾ ਹੈ ਸਾਡੀ ਸੋਇਲ ਦੇ ਵਿੱਚ। ਨਾਈਟ੍ਰੋਜਨ ਫਿਕਸ ਜਿਹੜੀ ਹੈ ਕਰ ਦਿੰਦਾ, ਮਤਲਬ ਐਟਮੋਸਫੇਅਰ ਤੋਂ ਨਾਈਟ੍ਰੋਜਨ, ਐਟਮੋਸਫੇਅਰ ਦੀ ਗੈਸਿਸ ਫੋਰਮ ਦੇ ਵਿੱਚ ਹੁੰਦੀ ਨਾ ਨਾਈਟ੍ਰੋਜਨ, ਉਹਨੂੰ ਕੰਪਾਊਂਡ ਦੇ ਵਿੱਚ ਚੇਂਜ ਕਰ ਦਿੰਦਾ। ਕੰਪਾਊਂਡ ਦੇ ਵਿੱਚ ਮਤਲਬ ਸੋਇਲ ਦੇ ਵਿੱਚ ਜਿਹੜਾ ਵਾ ਉਹ ਲੈ ਆਉਂਦਾ।
वंस नाइट्रोजन इज़ कन्वर्टेड इनटू दीज यूजेबल कंपाउंड्स, हुण जो अर्थ एटमोसफेयर चो आई है सॉइल दे विच वो कंपाउंड की फॉर्म च आई, ना कि गैशियस फॉर्म दे विच, ठीक है। तो कहते जो हुण वो आ गई तो उन्होंने कौन यूटिलाइज करूगा, धरती के विच किहदियां जड़ां आईयां, पौधियां दियां, तो पौधे ही वो कंपाउंड नूं यूटिलाइज जिहड़ा वा वो कर लैणगे। तो नाइट्रोजन इज़ दैन यूजड फॉर द सिंथेसिस ऑफ प्लांट प्रोटीन्स, है ना। तो पौधों के प्रोटीन्स जिहड़े आ वो बनने आ, तो उन्हां दे विच नाइट्रोजन ने अपना रोल अदा करना है, क्योंकि प्रोटीन्स दे विच नाइट्रोजन के बॉन्ड्स होंदे आ, ते वो नाइट्रोजन उन्होंने लै ली जमीन तो। होर भी बड़े सारे कंपाउंड्स होंदे आ, जिवें क्लोरोफिल भी तो बनती है प्लांट्स दे विच, उहदे विच भी नाइट्रोजन होंदी है, प्रोटीन्स भी बने उहदे विच भी नाइट्रोजन होंदी। हुण पौधों ने क्लोरोफिल बनाई, प्रोटीन्स बनाए, होर भी बहुत सारिया चीज़ां बनाई, उहदे विच नाइट्रोजन जिहड़ी यूज़ हो गई, जिहड़ी उन्होंने जमीन दे विचों लई। हुण पौधों नूं कौन खा गया, इंसान ते नाल जानवर, है ना, सारा कुछ जिहड़े भी खांदे आ खा गए। हुण वो जिहड़े जानवर है वो मरनगे, है ना, वो जो मरनगे वो लिए नाइट्रोजन वापस मतलब हुण पौधे जो पौधों नूं खा गए जानवर गए मार, जानवर नप्पे गए धरती दे विच, उन्हां उत्ते माइक्रो ऑर्गेनिजम्स ने अपना काम करना शुरू कर दिता, अटैक करता। उन्होंने की किया, हर एक जिहड़ा भी कंपाउंड आ उन्होंने कंपलैक्स तो सिंपल फॉर्म दे विच लियाना शुरू कर दिता। नाइट्रोजन के कंपाउंड जिहड़े हैगे ही उन्होंने जमीन दे विच की कर दिते, कई तो जमीन दे विच वापस चल गए, कई की हो गए, कई इहो ਜਿਹੇ बैक्टीरियास भी प्रेजेंट है जिहड़ी कंपाउंड दे विच बनी सी ना, नाइट्रोजन के कंपाउंड बने सी, है ना, उन्हां दे विचों जिहड़े एलीमेंट्स आ वो अलग अलग कर दिते, जिहड़ी नाइट्रोजन है वो वापस एटमोसफेयर दे विच चल गई, ठीक है। हुण असीं वेखांगे की कह रहे हैं। हाँ, इन्हों ने दस्या है, इन्हें कहते वैन प्लांट्स एंड एनिमल्स डाई बैक्टीरिया एंड फंजाई प्रेजेंट इन द सॉइल कन्वर्ट द नाइट्रोजनस वेस्ट इनटू नाइट्रोजनस कंपाउंड। उन्होंने नाइट्रोजनस वेस्ट नूं कन्वर्ट कर दिता नाइट्रोजनस कंपाउंड नूं, जिहड़ा कि यूज़ कर लिया गया प्लांट्स के द्वारा। तो किन्ने कन्वर्ट किया, बैक्टीरिया तो फंजाई इहो ਜਿਹੇ प्रेजेंट है, किहदे विच प्रेजेंट है, सॉइल दे विच, ठीक है। तो कहते बड़े सारे इहो ਜਿਹੇ बैक्टीरिया है जिन्होंने की किया, नाइट्रोजन नूं वापस किहदे च बदल दिता, नाइट्रोजन गैस। तो वो नाइट्रोजन गैस कित्थे चल गई, एटमोसफेयर दे विच। इहदा मतलब जिन्नी नाइट्रोजन की परसेंटेज ही उन्नी ही रही। ये यूनीवर्स का लॉ हैगा, ठीक है। मतलब चीज़ की अमाउंट नहीं बदलती, क्वांटिटी नहीं बदलती, उन्नी ही रहिंदी है, ना वधदी है ना घटदी है ना। हुण असीं इहनूं डायग्राम के थ्रू पढ़ते हैं। इनू इत्थों स्टार्ट करना है। एटमोसफेयर दे विच नाइट्रोजन है, एटमोसफेयर दे विच नाइट्रोजन कितने परसेंट प्रेजेंट है, 78% प्रेजेंट है। उन्होंने फिक्स किस तरह करते हैं, फिक्सेशन ऑफ नाइट्रोजन इन द सॉइल, कंपाउंड्स जिहड़े कंपाउंड की फॉर्म आ जाएगी ना नाइट्रोजन सॉइल दे विच, कौन कौन करेगा, एक तो लाइटनिंग कर देगी, है ना। दूजा कौन करेगा, बैक्टीरिया जिहड़े प्रेजेंट है, जिवें साइनो बैक्टीरिया ही पढ़िया, राइजोबियम पढ़िया, उन्हें की कीता, नाइट्रोजन जिहड़ी है और रूट दी नोड्यूल्स दे नाल होए ही सिंबायोटिक रिलेशनशिप दे विच उन्होंने की किया, एटमोसफेयर की नाइट्रोजन का बनाता कंपाउंड, तो उन्होंने लियांदा उन्होंने फिक्स कर दिता सॉइल दे विच, ठीक है। हुण की किया, जिहड़ी सॉइल ही उहदे विचों ले ली प्लांट्स ने, प्लांट्स नूं कौन खा गए, जानवर गए मर, जां फिर उन्हां दा नाइट्रोजनस वेस्ट ही, है ना, फिर सॉइल दे विच आ गया, जां मर गए, नाइट्रोजनस वेस्ट आ गया, एक्सक्रीशन दे प्रोसैस था नहीं, वो सारा कुछ फिर मिट्टी दे विच आ गया। वो मिट्टी विचों कई तो हुण फिर पौधों ने ले लैनी, क्योंकि बैक्टीरिया फंजाई ने एक्ट कर देना, वो नाइट्रोजनस जिहड़े कंपाउंड्स नाइट्रोजनस कंपाउंड्स है वो फिर ले लैणगे प्लांट्स। पर कई इहो ਜਿਹੇ बैक्टीरिया है जिन्होंने नाइट्रोजन नूं वापस वो गैशियस फॉर्म दे विच कन्वर्ट कर देना, वो वापस चल गए एटमोसफेयर दे विच। इस तरह ये साइकिल जिहड़ा वा वो चली जा रहा है। तुहानूं पता होना चाहिए कि तुसीं भी इस साइकिल का हिस्सा है जी, ठीक है। चलो हुण पूरा चैप्टर जिहड़ा वा वो खत्म हो गया। हुण असीं इहदी एक्सरसाइज सॉल्व करांगे, ठीक है, और अगली बारी करांगे। हुण सारा चैप्टर जिहड़ा सॉल्व हो चुका है, वो समझ आ चुकी है ना चैप्टर दी। चलो ठीक है।